Hello students, I am Vishal Goyal, Assistant Professor, Department of Computer Science, Shri LBS Arya Mahila College, Barnala। सो डाटा स्ट्रक्चर ਦੇ ਅੱਜ ਦੇ ਲੈਕਚਰ 'ਚ ਆਪਾਂ ਦੇਖਾਂਗੇ ਟਰੀ ਡਾਟਾ ਸਟਰਕਚਰ। ਸੋ ਇਸ ਤੋਂ ਪਹਿਲਾਂ ਆਪਾਂ ਲੀਨੀਅਰ ਡਾਟਾ ਸਟਰਕਚਰ ਦੀਆਂ ਟਾਈਪਸ ਕਰ ਚੁੱਕੇ ਹਾਂ, ਦੈਟ ਇਜ਼ ਐਰੇ, ਸਟੈਕ, ਕਿਊ ਐਂਡ ਲਿੰਕ ਲਿਸਟ, ਜਿੱਥੇ ਜੋ ਵੀ ਡਾਟਾ ਹੈ ਉਹ ਲੀਨੀਅਰ ਵੇ 'ਚ ਆਰਗੇਨਾਈਜ਼ ਹੁੰਦਾ ਹੈ। ਸੋ ਟਰੀ ਕੀ ਹੈ, ਹੁਣ ਇੱਕ ਨॉन ਲੀਨੀਅਰ ਡਾਟਾ ਸਟਰਕਚਰ ਹੈ। So tree data structure की है, tree is a non-linear data structure which organizes data in a hierarchical structure। so tree की एक non-linear data structure है ਜਿਹੜਾ ਕਿ ਡਾਟਾ ਨੂੰ hierarchical structure 'ਚ organize ਕਰਦਾ ਹੈ, ਜਿੱਦਾਂ ਕਿ parent ਹੁੰਦਾ ਹੈ, ਫਿਰ ਉਹਦੇ child ਹੁੰਦੇ ਨੇ, ਫਿਰ ਉਹਦੇ ਅੱਗੇ sub child, then so on। so ਇਹ tree ਕੀ ਹੈ, tree is a connected graph without any circuit। ਟਰੀ ਦੇ ਵਿੱਚ ਕੋਈ ਵੀ ਸਰਕਿਟ ਨਹੀਂ ਹੁੰਦਾ। ਜਿੱਦਾਂ ਤੁਹਾਨੂੰ ਨੀਚੇ ਦੋ ਡਾਇਗਰਾਮਸ ਦਿਖ ਰਹੀਆਂ ਨੇ, ਲੈਫਟ ਸਾਈਡ 'ਤੇ ਕੀ ਹੈ, ਇੱਕ ਗ੍ਰਾਫ ਹੈ ਜਿਹਦੇ ਵਿੱਚ ਇੱਕ ਸਾਈਕਲ ਕ੍ਰੀਏਟ ਹੋ ਰਿਹਾ, ਦੈਟ ਇਜ਼ ਸੀ, ਡੀ ਐਂਡ ਈ ਦੇ ਵਿੱਚ। ਸੋ ਇੱਥੇ ਇੱਕ ਸਾਈਕਲ ਕ੍ਰੀਏਟ ਹੋ ਰਿਹਾ, ਸੋ ਇਸ ਕਰਕੇ ਇਹ ਇੱਕ ਟਰੀ ਨਹੀਂ ਹੈ। ਬਟ ਰਾਈਟ ਸਾਈਡ 'ਤੇ ਇੱਕ ਟਰੀ ਹੈ, ਬਿਕੋਜ਼ ਉਹਦੇ ਵਿੱਚ ਕੋਈ ਵੀ ਸਾਈਕਲ ਨਹੀਂ ਹੈ। ਸੋ ਇਫ ਇਨ ਏ ਗ੍ਰਾਫ ਦੇਰ ਇਜ਼ ਏ ਵਨ ਐਂਡ ਓਨਲੀ ਵਨ ਪਾਥ ਬਿਟਵੀਨ ਐਵਰੀ ਪੇਅਰ ਆਫ ਵਰਟਿਸਿਸ, ਦੈਨ ਗ੍ਰਾਫ ਇਜ਼ ਕੋਲਡ ਏ ਟਰੀ। ਸੋ ਜਿੱਦਾਂ ਕਿ ਰਾਈਟ ਸਾਈਡ ਦੀ ਆਪਾਂ ਨੂੰ ਦਿਖ ਰਿਹਾ ਕਿ ਅਗਰ ਆਪਾਂ ਏ ਤੋਂ ਈ ਤੱਕ ਦੇਖੀਏ ਸੋ ਸਿਰਫ ਇੱਕੋ ਹੀ ਪਾਥ ਹੈ, ਦੈਟ ਇਜ਼ ਏ, ਸੀ ਐਂਡ ਈ। ਬਟ ਅਗਰ ਲੈਫਟ ਸਾਈਡ 'ਤੇ ਦੇਖੀਏ ਏ ਟੂ ਈ, ਆਪਣੇ ਕੋਲ ਦੋ ਪਾਥ ਨੇ, ਇੱਕ ਤਾਂ ਹੈ ਏ, ਸੀ ਐਂਡ ਈ, ਅਤੇ ਇੱਕ ਹੈ ਏ, ਸੀ, ਡੀ ਐਂਡ ਈ। ਸੋ ਇਸ ਕਰਕੇ ਜੋ ਲੈਫਟ ਸਾਈਡ 'ਤੇ ਹੈ ਉਹ ਸਿਰਫ ਇੱਕ ਗ੍ਰਾਫ ਹੈ, ਉਹ ਟਰੀ ਨਹੀਂ ਹੈ। ਬਟ ਜੋ ਰਾਈਟ ਸਾਈਡ 'ਤੇ ਹੈ ਦੈਟ ਇਜ਼ ਏ ਟਰੀ। ਸੋ ਟਰੀ ਨੂੰ ਡਿਟੇਲ 'ਚ ਸਮਝਣ ਲਈ ਸਭ ਤੋਂ ਪਹਿਲਾਂ ਆਪਾਂ ਟਰੀ ਨਾਲ ਰਿਲੇਟਡ ਕੁਛ ਟਰਮਸ ਨੇ, ਪਹਿਲਾਂ ਆਪਾਂ ਉਹ ਦੇਖਦੇ ਹਾਂ ਕਿ ਉਹ ਟਰਮਸ ਦਾ ਕੀ ਮੀਨਿੰਗ ਹੈ, ਜਿੱਦਾਂ ਕਿ ਰੂਟ, ਐਜ, ਪੇਰੈਂਟ, ਚਾਈਲਡ, ਸਿਬਲਿੰਗ, ਡਿਗਰੀ ਐਂਡ ਸੋ ਔਨ। ਸੋ ਵਨ ਬਾਈ ਵਨ ਆਪਾਂ ਦੇਖਾਂਗੇ ਕਿ ਇਹ ਟਰਮਸ ਦਾ ਕੀ ਮੀਨਿੰਗ ਹੈ, ਟਰੀ ਨਾਲ ਜੋ ਰਿਲੇਟਡ ਟਰਮਸ ਨੇ। ਸੋ ਫਸਟ ਵਨ ਇਜ਼ ਰੂਟ। ਹਮੇਸ਼ਾ ਟਰੀ ਜਿੱਥੋਂ ਸਟਾਰਟ ਹੁੰਦਾ ਹੈ ਦੈਟ ਇਜ਼ ਕੋਲਡ ਰੂਟ ਨੋਡ। ਸੋ ਟਰੀ ਦੇ ਵਿੱਚ ਜਿੰਨੀਆਂ ਵੀ ਨੋਡਸ ਨੇ, ਜਿੰਨੇ ਵੀ ਡਾਟਾ ਮੈਂਬਰਸ ਨੇ, ਉਹਨਾਂ ਨੂੰ ਆਪਾਂ ਨੋਡ ਬੋਲਦੇ ਹਾਂ। ਸੋ ਦੀ ਫਸਟ ਨੋਡ ਫਰੋਮ ਵੇਅਰ ਦ ਟਰੀ ਓਰੀਜੀਨੇਟਸ ਇਜ਼ ਕੋਲਡ ਐਜ਼ ਰੂਟ ਨੋਡ। ਸੋ ਟਰੀ ਜਿੱਥੋਂ ਸਟਾਰਟ ਹੁੰਦਾ ਹੈ, ਜੋ ਇੱਥੇ ਡਾਇਗਰਾਮ 'ਚ ਸ਼ੋ ਹੋ ਰਿਹਾ, ਇੱਥੇ ਇਹ ਕੀ ਹੈ, ਇੱਕ ਰੂਟ ਨੋਡ ਹੈ। ਸੋ ਇਨ ਐਨੀ ਟਰੀ ਦੇਅਰ ਮਸਟ ਬੀ ਓਨਲੀ ਵਨ ਰੂਟ ਨੋਡ। ਸੋ ਹਰੇਕ ਟਰੀ ਦੇ ਵਿੱਚ ਸਿਰਫ ਇੱਕ ਹੀ ਰੂਟ ਹੋਏਗਾ, ਮਲਟੀਪਲ ਰੂਟ ਪੋਸੀਬਲ ਨਹੀਂ ਹੈ। ਸੋ ਵੀ ਕੈਨ ਨੈਵਰ ਹੈਵ ਮਲਟੀਪਲ ਰੂਟ ਨੋਡਸ ਇਨ ਏ ਟਰੀ ਡਾਟਾ ਸਟਰਕਚਰ। ਸੋ ਮਲਟੀਪਲ ਰੂਟ ਪੋਸੀਬਲ ਨਹੀਂ ਹੈ, ਹਮੇਸ਼ਾ ਇੱਕ ਹੀ ਰੂਟ ਹੋਏਗਾ ਇੱਕ ਟਰੀ ਦੇ ਵਿੱਚ। ਸੋ ਇੱਥੇ ਡਾਇਗਰਾਮ ਦੇ ਵਿੱਚ ਇਹ ਕੀ ਹੈ, ਰੂਟ ਨੋਡ ਹੈ। ਦੈਨ ਐਚ ਕੀ ਹੈ, ਜੋ ਦੋ ਨੋਡਸ ਦੇ ਵਿੱਚ ਕਨੈਕਟ ਕਰਦੇ ਹਾਂ, ਜਿਹਦੇ ਥਰੂ ਉਹ ਲਾਈਨ ਨੂੰ ਆਪਾਂ ਕੀ ਬੋਲਦੇ ਹਾਂ, ਐਚ। ਸੋ ਦੀ ਕਨੈਕਟਿੰਗ ਲਿੰਕ ਬਿਟਵੀਨ ਐਨੀ ਟੂ ਨੋਡ ਇਜ਼ ਕੋਲਡ ਐਜ਼ ਐਨ ਐਚ। ਜਿੱਦਾਂ ਕਿ ਆਪਾਂ ਨੂੰ ਇੱਥੇ ਡਾਰਕ ਜੋ ਬੋਲਡ ਲਾਈਨਸ ਦਿਖ ਰਹੀਆਂ ਨੇ ਉਹ ਕੀ ਨੇ, ਐਜਿਸ ਨੇ। ਜਿੱਦਾਂ ਜੋ ਏ ਅਤੇ ਬੀ ਨੂੰ ਜੋੜ ਰਹੀ ਹੈ ਉਹ ਵੀ ਇੱਕ ਐਜ ਹੈ, ਏ ਅਤੇ ਸੀ ਨੂੰ ਜੋੜ ਰਹੇ ਹੈ ਉਹ ਵੀ ਇੱਕ ਐਜ ਹੈ, ਜੀ ਐਂਡ ਕੇ ਨੂੰ ਜੋੜ ਰਹੀ ਹੈ ਉਹ ਵੀ ਇੱਕ ਐਜ ਹੈ। So in a tree with n number of nodes, there are exactly n minus 1 number of edges। ਸੋ ਹਮੇਸ਼ਾ ਇਹ ਪ੍ਰੋਪਰਟੀ ਟਰੂ ਹੋਏਗੀ ਕਿ ਟਰੀ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਕੋਲ ਨੋਡਸ ਨੇ ਉਸ ਤੋਂ ਇੱਕ ਘੱਟ ਐਜਿਸ ਹੋਣਗੇ। ਅਗਰ ਟਰੀ 'ਚ ਆਪਣੇ ਕੋਲ 10 ਨੋਡਸ ਨੇ ਤਾਂ ਉੱਥੇ ਆਪਣੇ ਕੋਲ 9 ਐਜਿਸ ਹੋਣਗੇ। ਸੋ ਜਿੱਦਾਂ ਇੱਥੇ ਡਾਇਗਰਾਮ 'ਚ ਆਪਣੇ ਕੋਲ 11 ਨੋਡਸ ਨੇ, ਬਟ ਇਹਦੇ ਵਿੱਚ ਐਜਿਸ ਕਿੰਨੇ ਹੋਣਗੇ, 10। ਸੋ ਹਮੇਸ਼ਾ n ਮਾਈਨਸ 1 ਨੰਬਰ ਆਫ ਐਜਿਸ ਹੋਣਗੇ ਇੱਕ ਟਰੀ ਦੇ ਵਿੱਚ। ਦੈਨ ਪੈਰੈਂਟ ਕੀ ਹੈ, ਜੋ ਪੈਰੈਂਟ ਨੋਡ ਜਿੱਦਾਂ ਡਾਇਗਰਾਮ 'ਚ ਆਪਾਂ ਨੂੰ ਸ਼ੋ ਹੋ ਰਿਹਾ, ਏ ਕੀ ਹੈ, ਏ ਇਜ਼ ਏ ਪੈਰੈਂਟ ਆਫ ਬੀ ਐਂਡ ਸੀ। ਸੋ ਦੀ ਨੋਡ ਵਿਚ ਹੈਜ਼ ਏ ਬ੍ਰਾਂਚ ਫਰੋਮ ਇਟ ਟੂ ਐਨੀ ਅਦਰ ਨੋਡ ਇਜ਼ ਕੋਲਡ ਐਜ਼ ਏ ਪੈਰੈਂਟ ਨੋਡ। ਸੋ ਜਿਹਦੀ ਕੋਈ ਵੀ ਅੱਗੇ ਇੱਕ ਫਰਦਰ ਬ੍ਰਾਂਚ ਹੋਏਗੀ ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਪੈਰੈਂਟ ਨੋਡ ਬੋਲਾਂਗੇ। ਸੋ ਇਨ ਅਦਰ ਵਰਡਸ ਦੀ ਨੋਡ ਵਿਚ ਹੈਜ਼ ਵਨ ਔਰ ਮੋਰ ਚਿਲਡਰਨ ਇਜ਼ ਕੋਲਡ ਐਜ਼ ਏ ਪੈਰੈਂਟ ਨੋਡ। ਸੋ ਜਿਹਦੇ ਚਿਲਡਰਨ ਹੋ ਸਕਦੇ ਹੈ ਉਹਦੇ ਅੱਗੇ ਉਹ ਕੀ ਹੋਏਗੀ, ਪੈਰੈਂਟ ਨੋਡ ਹੋਏਗੀ। ਸੋ ਇਨ ਏ ਟਰੀ ਏ ਪੈਰੈਂਟ ਨੋਡ ਕੈਨ ਹੈਵ ਐਨੀ ਨੰਬਰ ਆਫ ਚਾਈਲਡ ਨੋਡਸ। ਸੋ ਟਰੀ ਦੇ ਵਿੱਚ ਇੱਕ ਪੈਰੈਂਟ ਦੇ ਜਿੰਨੇ ਮਰਜ਼ੀ ਨੰਬਰ ਆਫ ਚਿਲਡਰਨ ਹੋ ਸਕਦੇ ਆ। ਸੋ 1 2 3 4 ਐਂਡ ਸੋ ਔਨ, ਜਿੰਨੇ ਮਰਜ਼ੀ ਚਾਈਲਡ ਹੋ ਸਕਦੇ ਹੈ। ਸੋ ਜਿੱਦਾਂ ਕਿ ਆਪਾਂ ਨੂੰ ਇੱਥੇ ਡਾਇਗਰਾਮ 'ਚ ਸ਼ੋ ਹੋ ਰਿਹਾ, ਏ ਦੇ 2 ਚਾਈਲਡ ਨੇ, ਬੀ ਐਂਡ ਸੀ। ਸੋ ਇਸ ਕਰਕੇ ਏ ਕੀ ਹੈ, ਏ ਇਜ਼ ਏ ਪੇਰੈਂਟ ਆਫ ਬੀ ਐਂਡ ਸੀ। ਉਸੇ ਤਰੀਕੇ ਨਾਲ ਬੀ ਇਜ਼ ਏ ਪੇਰੈਂਟ ਆਫ ਡੀ, ਈ ਐਂਡ ਐਫ। ਈ ਇਜ਼ ਏ ਪੇਰੈਂਟ ਆਫ ਆਈ ਐਂਡ ਜੇ। ਜੀ ਕਹਿ ਸਕਦੇ ਹਾਂ, ਜੀ ਇਜ਼ ਏ ਪੇਰੈਂਟ ਆਫ ਕੇ। ਉਸੇ ਤਰੀਕੇ ਨਾਲ ਸੀ ਇਜ਼ ਏ ਪੇਰੈਂਟ ਆਫ ਜੀ ਐਂਡ ਐਚ। ਸੋ ਪੇਰੈਂਟ ਆਈ ਹੋਪ ਤੁਹਾਨੂੰ ਈਜ਼ੀਲੀ ਪਤਾ ਲੱਗ ਗਿਆ ਹੋਏਗਾ ਹੁਣ ਪੇਰੈਂਟ ਕੀ ਹੈ। ਸੋ ਇਸੇ ਤਰੀਕੇ ਨਾਲ
ਚਾਈਲਡ ਕੀ ਹੈ ਜੋ ਜਿਹਦਾ ਅੱਗੇ ਕੋਈ ਪੇਰੈਂਟ ਹੈ, ਮਤਲਬ ਉਹ ਚਾਈਲਡ ਹੋਏਗਾ। ਸੋ ਦੀ ਨੋਡ ਵਿਚ ਇਜ਼ ਏ ਡਿਸੈਂਡੈਂਟ ਆਫ ਸਮ ਨੋਡ ਇਜ਼ ਕੋਲਡ ਐਜ਼ ਏ ਚਾਈਲਡ ਨੋਡ। ਸੋ ਜਿਸ ਤਰੀਕੇ ਨਾਲ ਆਪਾਂ ਨੂੰ ਇੱਥੇ ਸ਼ੋ ਹੋ ਰਿਹਾ ਹੈ ਸੀ ਕਿਹਦਾ ਚਾਈਲਡ ਹੈ, ਏ ਦਾ, ਡੀ ਕਿਹਦਾ ਚਾਈਲਡ ਹੈ, ਬੀ ਦਾ। ਸੋ ਆਲ ਦੀ ਨੋਡਸ ਐਕਸੈਪਟ ਰੂਟ ਨੋਡ ਆਰ ਚਾਈਲਡ ਨੋਡਸ। ਸੋ ਜਿੰਨੀਆਂ ਵੀ ਨੋਡਸ ਨੇ ਉਹ ਕਿਸੇ ਨਾ ਕਿਸੇ ਦੇ ਚਾਈਲਡ ਜ਼ਰੂਰ ਹੋਣਗੀਆਂ ਐਕਸੈਪਟ ਦੀ ਰੂਟ ਨੋਡ। ਜਿੱਦਾਂ ਕਿ ਇੱਥੇ ਏ ਹੈ, ਇਹ ਕਿਸੇ ਦਾ ਵੀ ਚਾਈਲਡ ਨਹੀਂ ਹੈ, ਬਟ ਬਾਕੀ ਸਾਰੀਆਂ ਜਿਹੜੀਆਂ ਨੋਡਸ ਨੇ ਉਹ ਕਿਸੇ ਨਾ ਕਿਸੇ ਨੋਡ ਦੀ ਚਾਈਲਡ ਹੋਣਗੀਆਂ। ਨੈਕਸਟ ਹੈ ਸਿਬਲਿੰਗ। ਸਿਬਲਿੰਗ ਕੀ ਹੈ, ਸੇਮ ਲੈਵਲ 'ਤੇ ਜੋ ਇੱਕੋ ਹੀ ਪੇਰੈਂਟਸ ਦੇ ਚਾਈਲਡ ਹੁੰਦੇ ਨੇ ਉਹ ਆਪਸ 'ਚ ਕੀ ਹੋਣਗੇ, ਸਿਬਲਿੰਗਸ ਹੋਣਗੇ। ਸੋ ਨੋਡਸ ਵਿਚ ਬਿਲੋਂਗ ਟੂ ਦੀ ਸੇਮ ਪੇਰੈਂਟਸ ਆਰ ਕਾਲਡ ਸਿਬਲਿੰਗਸ। ਸੋ ਇਨ ਅਦਰ ਵਰਡਸ ਨੋਡਸ ਵਿਦ ਦੀ ਸੇਮ ਪੇਰੈਂਟ ਆਰ ਸਿਬਲਿੰਗ ਨੋਡਸ। ਸੋ ਜਿੱਦਾਂ ਆਪਾਂ ਨੂੰ ਸ਼ੋ ਹੋ ਰਿਹਾ ਡਾਇਗਰਾਮ 'ਚ ਆਈ ਅਤੇ ਜੇ ਆਪਸ 'ਚ ਸਿਬਲਿੰਗ ਨੇ, ਜੀ ਐਂਡ ਐਚ ਆਪਸ 'ਚ ਸਿਬਲਿੰਗ ਨੇ, ਉਸੇ ਤਰੀਕੇ ਨਾਲ ਬੀ ਐਂਡ ਸੀ ਸਿਬਲਿੰਗਸ ਨੇ, ਉਸੇ ਤਰੀਕੇ ਨਾਲ ਡੀ, ਈ ਐਂਡ ਐਫ ਸਿਬਲਿੰਗਸ ਨੇ। ਨੈਕਸਟ ਹੈ ਡਿਗਰੀ। ਡਿਗਰੀ ਕੀ ਹੈ, ਜਿੰਨੇ ਨੰਬਰ ਆਫ ਚਾਈਲਡ ਹੁੰਦੇ ਨੇ ਉਹ ਕੀ ਹੈ ਉਸ ਨੋਡ ਦੀ ਡਿਗਰੀ ਹੁੰਦੀ ਹੈ। ਸੋ ਡਿਗਰੀ ਆਫ ਏ ਨੋਡ ਇਜ਼ ਦੀ ਟੋਟਲ ਨੰਬਰ ਆਫ ਚਿਲਡਰਨ ਆਫ ਦੈਟ ਨੋਡ। ਜਿਸ ਤਰ੍ਹਾਂ ਬੀ ਦੀ ਡਿਗਰੀ ਕੀ ਹੈ ਇੱਥੇ 3, ਉਸੇ ਤਰੀਕੇ ਨਾਲ ਸੀ ਦੀ ਡਿਗਰੀ ਹੈ 2, ਏ ਦੀ ਡਿਗਰੀ ਵੀ ਹੋਏਗੀ 2, ਜੀ ਦੀ ਡਿਗਰੀ ਕਿੰਨੀ ਹੋਏਗੀ 1 ਅਤੇ ਐਚ ਦੀ ਡਿਗਰੀ ਕਿੰਨੀ ਹੈ 0, ਕਿਉਂਕਿ ਐਚ ਦਾ ਕੋਈ ਵੀ ਚਾਈਲਡ ਨਹੀਂ ਹੈ। ਸੋ ਉਸੇ ਤਰੀਕੇ ਨਾਲ ਅਗਰ ਟਰੀ ਦੀ ਡਿਗਰੀ ਦੀ ਗੱਲ ਕਰੀਏ ਤਾਂ ਟਰੀ ਦੀ ਡਿਗਰੀ ਕਿੰਨੀ ਹੋਏਗੀ ਕਿ ਜਿੰਨੇ ਵੀ ਨੰਬਰ ਆਫ ਚਿਲਡਰਨ ਨੇ ਤਾਂ ਜੋ ਮੈਕਸੀਮਮ ਨੰਬਰ ਆਫ ਚਿਲਡਰਨ ਜਿਸ ਨੋਡ ਦੇ ਹੋਣਗੇ ਉਹ ਉਸ ਟਰੀ ਦੀ ਡਿਗਰੀ ਹੋਏਗੀ। ਸੋ ਡਿਗਰੀ ਆਫ ਟਰੀ ਇਜ਼ ਦੀ ਹਾਈਐਸਟ ਡਿਗਰੀ ਆਫ ਏ ਨੋਡ ਅਮੰਗ ਆਲ ਦੀ ਨੋਡਸ ਇਨ ਦਾ ਟਰੀ। ਸੋ ਇਸ ਤਰੀਕੇ ਨਾਲ ਇਸ ਟਰੀ ਦੇ ਵਿੱਚ ਜੋ ਆਪਾਂ ਨੂੰ ਡਾਇਗਰਾਮ 'ਚ ਸ਼ੋ ਹੋ ਰਿਹਾ ਹੈ ਇਹਦੀ ਡਿਗਰੀ ਕਿੰਨੀ ਹੋਏਗੀ 3, ਕਿਉਂਕਿ ਇੱਥੇ ਮੈਕਸੀਮਮ ਨੰਬਰ ਆਫ ਚਿਲਡਰਨ ਕਿੰਨੇ ਨੇ 3 ਨੇ। ਨੈਕਸਟ ਹੈ ਇੰਟਰਨਲ ਨੋਡ। ਇੰਟਰਨਲ ਨੋਡ ਕਿਹੜੀ ਹੋਏਗੀ, ਜਿਹਦਾ ਕੋਈ ਨਾ ਕੋਈ ਅੱਗੇ ਚਿਲਡਰਨ ਜ਼ਰੂਰ ਹੋਵੇ, ਉਹ ਕੀ ਹੋਏਗੀ ਇੰਟਰਨਲ ਨੋਡ। ਸੋ ਦੀ ਨੋਡ ਵਿਚ ਹੈਜ਼ ਐਟਲੀਸਟ 1 ਚਾਈਲਡ ਇਜ਼ ਕੋਲਡ ਐਜ਼ ਇੰਟਰਨਲ ਨੋਡ। ਇੰਟਰਨਲ ਨੋਡ ਨੂੰ ਆਪਾਂ ਨੋਨ ਟਰਮੀਨਲ ਨੋਡ ਵੀ ਕਹਿ ਸਕਦੇ ਹਾਂ। ਸੋ ਆਲ ਦੀ ਨੋਨ ਲੀਫ ਨੋਡ ਇਜ਼ ਐਨ ਇੰਟਰਨਲ ਨੋਡ। ਲੀਫ ਨੋਡ ਕਿਹੜੀਆਂ ਹੁੰਦੀਆਂ ਨੇ, ਜਿਹਦਾ ਅੱਗੇ ਕੋਈ ਵੀ ਚਾਈਲਡ ਨਹੀਂ ਹੈ। ਸੋ ਉਸ ਤੋਂ ਇਲਾਵਾ ਬਾਕੀ ਸਾਰੀਆਂ ਨੋਡਸ ਕੀ ਮੰਨੀਆਂ ਜਾਣਗੀਆਂ, ਇੰਟਰਨਲ ਨੋਡਸ ਮੰਨੀਆਂ ਜਾਣਗੀਆਂ। ਸੋ ਇਸ ਟਰੀ ਦੇ ਵਿੱਚ ਏ, ਬੀ, ਸੀ, ਈ ਐਂਡ ਜੀ ਇਹ ਕੀ ਨੇ, ਇੰਟਰਨਲ ਨੋਡਸ ਨੇ, ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਅੱਗੇ ਚਾਈਲਡ ਹੈ। ਨੈਕਸਟ ਹੈ ਲੀਫ ਨੋਡ। ਸੋ ਲੀਫ ਨੋਡ ਕੀ ਹੈ, ਜਿਹਦਾ ਕੋਈ ਵੀ ਅੱਗੇ ਚਾਈਲਡ ਨਾ ਹੋਵੇ। ਜਿੱਦਾਂ ਕਿ ਇਸ ਡਾਇਗਰਾਮ 'ਚ ਆਈ, ਜੇ, ਡੀ, ਐਫ, ਕੇ ਐਂਡ ਐਚ ਇਹ ਕੀ ਨੇ, ਲੀਫ ਨੋਡਸ ਨੇ। ਸੋ ਇਹਨਾਂ ਨੂੰ ਆਪਾਂ ਐਕਸਟਰਨਲ ਨੋਡ ਵੀ ਕਹਿੰਦੇ ਹਾਂ ਜਾਂ ਟਰਮੀਨਲ ਨੋਡਸ ਵੀ ਕਹਿ ਸਕਦੇ ਹਾਂ। ਨੈਕਸਟ ਹੈ ਲੈਵਲ। ਸੋ ਲੈਵਲ ਆਪਾਂ ਨੂੰ ਡਾਇਗਰਾਮ 'ਚ ਸ਼ੋ ਹੋ ਰਿਹਾ ਹੈ, ਜਿੱਦਾਂ ਕਿ ਸਭ ਤੋਂ ਉੱਪਰ ਜੋ ਰੂਟ ਨੋਡ ਹੈ ਉਹ ਲੈਵਲ 0 'ਤੇ ਹੋਏਗੀ, ਉਸ ਤੋਂ ਬਾਅਦ ਲੈਵਲ 1, ਲੈਵਲ 2 ਐਂਡ ਲੈਵਲ 3। ਸੋ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਸੀ ਇਨ ਏ ਟਰੀ ਈਚ ਸਟੈਪ ਫਰੋਮ ਟੋਪ ਟੂ ਬੋਟਮ ਇਜ਼ ਕੋਲਡ ਐਜ਼ ਲੈਵਲ ਆਫ ਏ ਟਰੀ। ਸੋ ਟੋਪ ਤੋਂ ਅਗਰ ਆਪਾਂ ਦੇਖੀਏ ਨੀਚੇ ਨੂੰ ਅਗਰ ਆਪਾਂ 1 ਬਾਈ 1 ਸਟੈਪ ਆਈਏ ਤਾਂ ਉਹ ਕੀ ਹੋ ਜਾਂਦਾ ਜਾਏਗਾ, 1 ਬਾਈ 1 ਲੈਵਲ ਅਪ ਹੁੰਦਾ ਜਾਏਗਾ। ਸੋ ਲੈਵਲ 0, ਲੈਵਲ 1, 2, 3 ਐਂਡ ਸੋ ਔਨ। ਨੈਕਸਟ ਹੈ ਹਾਈਟ। ਹਾਈਟ ਕੀ ਹੋਏਗੀ, ਕਿਸੇ ਵੀ ਨੋਡ ਦੀ ਜਿਹੜੀ ਹਾਈਟ ਹੈ ਉਹ ਕੀ ਹੋਏਗੀ ਕਿ ਉਹਦੀ ਕਿੰਨੇ ਲੈਵਲ ਆਫ ਚਿਲਡਰਨ ਹੈ ਅੱਗੇ। ਸੋ ਦੀ ਨੰਬਰ ਆਫ ਐਜਿਸ ਦੈਟ ਲਾਈਜ਼ ਔਨ ਦੀ ਲੌਂਗੈਸਟ ਪਾਥ ਫਰੋਮ ਐਨੀ ਲੀਫ ਨੋਡ ਟੂ ਏ ਪਾਰਟੀਕੂਲਰ ਨੋਡ ਇਜ਼ ਕੋਲਡ ਐਜ਼ ਹਾਈਟ ਆਫ ਦੈਟ ਨੋਡ। ਸੋ ਹਾਈਟ ਆਫ ਦੀ ਟਰੀ ਕੀ ਹੋਏਗੀ ਕਿ ਜਿੰਨੀ ਉਹਦੀ ਰੂਟ ਨੋਡ ਦੀ ਹਾਈਟ ਹੋਏਗੀ। ਸੋ ਇੱਥੇ ਆਪਾਂ ਅਗਰ ਦੇਖੀਏ ਕਿ ਬੀ ਦੀ ਹਾਈਟ ਕਿੰਨੀ ਹੈ ਤਾਂ ਬੀ ਦੀ ਹਾਈਟ ਹੈ 2, ਏ ਦੀ ਹਾਈਟ ਅਗਰ ਦੇਖੀਏ ਤਾਂ 3 ਹੋਏਗੀ, ਜੀ ਦੀ ਹਾਈਟ 1 ਹੋਏਗੀ, ਉਸੇ ਤਰੀਕੇ ਨਾਲ ਆਈ ਜਾਂ ਜੇ ਦੀ ਹਾਈਟ ਕਿੰਨੀ ਹੋਏਗੀ 0। ਸੋ ਨੈਕਸਟ ਹੈ ਡੈਪਥ। ਡੈਪਥ ਕੀ ਹੋਏਗੀ ਕਿ ਉਸ ਨੋਡ ਦਾ ਰੂਟ ਤੋਂ ਡਿਫਰੈਂਸ ਕਿੰਨਾ ਹੋਏਗਾ। ਸੋ ਦੀ ਟੋਟਲ ਨੰਬਰ ਆਫ ਐਜਿਸ ਫਰੋਮ ਦੀ ਰੂਟ ਨੋਡ ਟੂ ਏ ਪਰਟੀਕੂਲਰ ਨੋਡ ਇਜ਼ ਕੋਲਡ ਐਜ਼ ਡੈਪਥ ਆਫ ਦੈਟ ਨੋਡ। ਸੋ ਅਗਰ ਬੀ ਦੀ ਅਗਰ ਡੈਪਥ ਦੇਖੀਏ ਤਾਂ 1 ਹੈ, ਕਿਉਂਕਿ ਰੂਟ ਤੋਂ ਉਹਦਾ ਡਿਸਟੈਂਸ ਕਿੰਨਾ ਹੈ 1। ਅਗਰ ਕੇ ਦੀ ਡੈਪਥ ਦੇਖੀਏ ਤਾਂ ਕੇ ਦੀ ਡੈਪਥ ਕਿੰਨੀ ਹੋਏਗੀ 3। ਉਸੇ ਤਰੀਕੇ ਨਾਲ ਡੀ ਦੀ ਅਗਰ ਡੈਪਥ ਦੇਖੀਏ ਤਾਂ 2 ਹੋਏਗੀ। ਨੈਕਸਟ ਹੈ ਸਬ ਟਰੀ। ਸਬ ਟਰੀ ਕੀ ਹੈ, ਇਨ ਏ ਟਰੀ ਈਚ ਚਾਈਲਡ ਫਰੋਮ ਏ ਨੋਡ ਫੋਰਮਸ ਏ ਸਬ ਟਰੀ ਰਿਕਰਸਿਵਲੀ। ਸੋ ਮਤਲਬ ਅਗਰ ਕਿਸੇ ਵੀ ਨੋਡ ਤੋਂ ਦੇਖੀਏ ਤਾਂ ਉਹਦੇ ਜਿੰਨੇ ਵੀ ਚਾਈਲਡ ਨੇ ਤਾਂ ਉਹ ਹਮੇਸ਼ਾ ਇੱਕ ਸਬ ਟਰੀ ਬਣਾਉਂਦੇ ਨੇ। ਜਿੱਦਾਂ ਆਪਾਂ ਨੂੰ ਦਿਖ ਰਿਹਾ ਹੈ ਏ ਦੇ ਸਬ ਟਰੀ ਕੀ ਹੋਣਗੇ, ਜੋ ਬੀ ਤੋਂ ਸਟਾਰਟ ਹੋ ਰਿਹਾ ਹੈ ਐਂਡ ਸੀ ਤੋਂ ਸਟਾਰਟ ਹੋ ਰਿਹਾ ਹੈ। ਉਸੇ ਤਰੀਕੇ ਨਾਲ ਈ, ਆਈ ਐਂਡ ਜੇ ਵੀ ਆਪਣੇ ਆਪ 'ਚ ਇੱਕ ਸਬ ਟਰੀ ਹੈ। ਸੋ ਇਸ ਤਰੀਕੇ ਨਾਲ ਆਪਾਂ
सब ट्री बना सकते हैं। नैक्सट है फॉरेस्ट। फॉरेस्ट की है? फॉरेस्ट इज़ ए सैट ऑफ डिसजॉइंट ट्रीज जो आपस च ना जुड़े होण, यानी कि अगर आप ये भी कह सकते हैं कि अगर एक तो ज़्यादा ट्री अपन शो हो रहा है तो इट मीनस वो की एक फॉरेस्ट है। जो अपन इतने डायग्राम च दो ट्री शो हो रहे हैं, एक बी रूट तो स्टार्ट हो रहे हैं, एक सी रूट तो स्टार्ट हो रहे हैं। सो इस करके की एक फॉरेस्ट है क्योंकि इतने दो ट्री ने। सो हुण आपां ट्री नाल रिलेटेड टर्म्स बारे जान चुके हैं कि एज की हुंदा है, पेरेंट की हुंदा है, चाइल्ड की हुंदा है एंड सो ऑन। सो ट्री टर्मिनोलॉजी आप देख चुके हैं। सो अगर आप हम देखिए ट्री डाटा स्ट्रक्चर की है, ट्री इज़ ए नॉन लीनियर डाटा स्ट्रक्चर। इन ए ट्री डाटा स्ट्रक्चर ए नोड कैन हैव एनी नंबर ऑफ चाइल्ड नोड। सो ये इंपॉर्टेंट है इत्थे कि ट्री दे विच एक नोड दे एनी नंबर ऑफ चाइल्ड हो सकते हैं, 1 2 3 4 5 एंड सो ऑन। बट अगर आप गल करिए बाइनरी ट्री, तो बाइनरी ट्री की हुंदा है? सो ट्री की अगे टाइप है दैट इज़ बाइनरी ट्री। बाइनरी की अगर आप गल करिए तो बाइनरी वर्ड जो भी आप सुनते हैं तो दैट मीनस 2। सो इत्थे ये बाइनरी का मतलब की होएगा कि 2 की है वीरे, तो 2 इत्थे डिपेंड करता है नंबर ऑफ चिल्ड्रन। सो बाइनरी ट्री ਨੂੰ ਆਪਾਂ याद रखांगे कि नंबर ऑफ चिल्ड्रन तो कि नंबर ऑफ चिल्ड्रन है जो ये मैक्सीमम नंबर ऑफ चिल्ड्रन ने वो नोड के किन्ने हो सकते हैं, 2 हो सकते हैं। सो बाइनरी ट्री आप देखते हैं डिटेल के अगे की है। सो बाइनरी ट्री की है? बाइनरी ट्री इज़ ए स्पैशल ट्री डाटा स्ट्रक्चर इन विच ईच नोड कैन हैव एट मोस्ट 2 चिल्ड्रन। यानी कि बाइनरी ट्री के किसी भी नोड के मैक्सीमम 2 चिल्ड्रन हो सकते हैं, 2 तो ज़्यादा नहीं हो सकते। So thus in a binary tree each node has either 0 child or 1 child or 2 children. So binary tree ਦੇ ਵਿੱਚ ਜਾਂ ਤਾਂ ਕਿਸੇ ਵੀ ਨੋਡ ਦੇ 0 ਚਾਈਲਡ ਹੋਏਗਾ ਜਾਂ 2 ਚਾਈਲਡ ਹੋਣਗੇ ਜਾਂ 1 ਹੋਣਗੇ, 2 ਤੋਂ ਜ਼ਿਆਦਾ ਨਹੀਂ ਹੋ ਸਕਦੇ। ਸੋ ਜਿੱਦਾਂ ਆਪਾਂ ਨੂੰ ਡਾਇਗਰਾਮ 'ਚ ਸ਼ੋ ਹੋ ਰਿਹਾ ਹੈ ਕਿ ਕਿਸੇ ਵੀ ਨੋਡ ਦੇ 2 ਤੋਂ ਜ਼ਿਆਦਾ ਚਿਲਡਰਨ ਨਹੀਂ ਹੈ। ਸੋ ਇਹਨੂੰ ਆਪਾਂ ਬਾਈਨਰੀ ਟਰੀ ਬੋਲਾਂਗੇ। ਅਗਰ ਜਸਟ ਟਰੀ ਦੀ ਗੱਲ ਹੋ ਰਹੀ ਹੈ ਉੱਥੇ ਕਿੰਨੇ ਮਰਜ਼ੀ ਨੰਬਰ ਆਫ ਚਿਲਡਰਨ ਹੋ ਸਕਦੇ ਹੈ, ਬਟ ਬਾਈਨਰੀ ਟਰੀ ਦੇ ਵਿੱਚ मैक्सीमम नंबर ऑफ चिल्ड्रन कितने होंगे, 2। सो नैक्सट अगे बाइनरी ट्री दियाँ कुछ टाइप्स ने जिन्होंने आप 1 बाय 1 देखांगे। सो फस्ट है फुल और स्ट्रिक्टली बाइनरी ट्री, दैन कंप्लीट और परफेक्ट बाइनरी ट्री, दैन आलमोस्ट कंप्लीट बाइनरी ट्री एंड दैन स्क्यूड बाइनरी ट्री। सो फस्ट टाइप देखते हैं फुल या फिर स्ट्रिक्टली बाइनरी ट्री। सो फुल या फिर स्ट्रिक्टली बाइनरी ट्री का मतलब की होएगा कि ए बाइनरी ट्री इन विच एवरी नोड हैज़ ईदर 0 और 2 चिल्ड्रन इज़ कॉल्ड एज ए फुल बाइनरी ट्री। ਇਹਦਾ मतलब की है कि ਜਾਂ ਤਾਂ ਕਿਸੇ ਨੋਡ ਦੇ ਕੋਈ ਵੀ चिल्ड्रन नहीं होएगा, अगर है तो 2 चिल्ड्रन होंगे, यानी कि किसी भी नोड का एक सिंगल चाइल्ड नहीं होएगा। सो फुल बाइनरी ट्री इज़ आल्सो कॉल्ड एज स्ट्रिक्टली बाइनरी ट्री। सो ये देखो 2 डायग्राम शो हो रही ने, जो लैफ्ट साइड पर है वो की है एक फुल बाइनरी ट्री नहीं है। क्यों? क्योंकि वो जी सी नोड है, सी नोड का सिर्फ एक चाइल्ड है दैट इज़ एच। सो इस करके वो पॉसीबल नहीं है। बट राइट साइड ते हर एक नोड दे या तो 2 चिल्ड्रन ने या कोई भी नहीं है। जिदा कि ए बी एंड ई इन्हों के 2 चिल्ड्रन ने, डी एफ जी एंड सी इन्हों का कोई भी चिल्ड्रन नहीं है। सो आपको इतने कोई भी यह जी नोड नहीं दिखेगी जिदा एक सिंगल चाइल्ड हो। सो इस करके की है एक फुल और स्ट्रिक्टली बाइनरी ट्री है। नैक्सट है कंप्लीट और परफेक्ट बाइनरी ट्री। सो कंप्लीट बाइनरी ट्री इज़ ए बाइनरी ट्री दैट सैटिस्फाई द फॉलोइंग 2 प्रॉपर्टीज़। ये 2 प्रॉपर्टीज़ होनी जरूरी ने। देखो किहड़ियां, एवरी इंटरनल नोड हैज़ एग्जैक्टली 2 चिल्ड्रन। सो जिन्नियां भी इंटरनल नोड्स होणगियां वो हमेशा 2 चिल्ड्रन होणगे एंड ऑल द लीफ नोड्स आर एट द सेम लैवल। सो ये प्रॉपर्टी इंपॉर्टेंट है कि जिन्नियां भी लीफ नोड्स ने वो हमेशा सेम लैवल के उत्ते ही होणगियां। सो जिमें कि अपन लैफ्ट ते शो हो रहा है, देखो सी जी लीफ नोड है वो तो निचले लैवल के उत्ते भी कुछ लीफ नोड्स ने। सो इस करके ये एक कंप्लीट बाइनरी ट्री नहीं है। बट जो राइट साइड से उत्ते देखो जिन्नियां भी लीफ नोड्स ने दैट इज़ डी ई एफ एंड जी, ये सारियां सेम लैवल के उत्ते ने। सो इस करके की एक कंप्लीट और परफेक्ट बाइनरी ट्री है। नैक्सट है आलमोस्ट कंप्लीट बाइनरी ट्री। सो आलमोस्ट कंप्लीट बाइनरी ट्री किहड़ा होएगा जिहदे विच ऑल द लेवल्स आर कंप्लीटली फिल्ड एक्सैप्ट पॉसिबली दी लास्ट लैवल। सो देखो जो लास्ट लैवल है वो
ਹੋ ਸਕਦਾ ਪੂਰਾ ਫਿਲ ਨਾ ਹੋਵੇ, ਜਿੱਦਾਂ ਕਿ ਆਪਾਂ ਲਾਸਟ ਐਗਜ਼ਾਮਪਲ ਇਸ ਤੋਂ ਪਿਛਲੀ ਟਾਈਪ ਦੇਖੀ ਹੈ, ਉਹਦੇ ਵਿੱਚ ਦੇਖੋ ਕੀ ਹੈ, ਉਹਦੇ ਵਿੱਚ ਜਿਹੜਾ ਲਾਸਟ ਲੈਵਲ ਹੈ ਉਹ ਕੰਪਲੀਟਲੀ ਫਿਲਡ ਹੋਇਆ ਹੋਇਆ ਹੈ, ਯਾਨੀ ਕਿ ਜਿੰਨੀਆਂ ਵੀ ਲੀਫ ਨੋਡ ਨੇ ਉਹ ਸੇਮ ਲੈਵਲ ਦੇ ਉੱਤੇ ਨੇ। ਬਟ ਇਹਦੇ ਵਿੱਚ ਦੇਖੋ ਕੀ ਹੋਏਗਾ, ਇਹ 'ਚ ਦੋ ਪ੍ਰੋਪਰਟੀਜ਼ ਹੋਣਗੀਆਂ, all the levels are completely filled except possibly the last level and the last level must be strictly filled from left to right। ਇਹ ਵੀ ਇਹਦੇ ਵਿੱਚ ਇੰਪੋਰਟੈਂਟ ਹੈ ਕਿ ਉਹ ਲੈਫਟ ਟੂ ਰਾਈਟ ਹੀ ਹਮੇਸ਼ਾ ਫਿਲ ਹੋਏਗਾ। ਜਿੱਦਾਂ ਕਿ ਆਪਾਂ ਨੂੰ ਲੈਫਟ ਐਗਜ਼ਾਮਪਲ ਦੇ ਵਿੱਚ ਦਿਖ ਰਿਹਾ ਹੈ ਕਿ ਸੀ ਦੀ ਜਿਹੜੀ ਚਾਈਲਡ ਹੈ ਉਹ ਐਫ ਹੈ, ਬਟ ਉਹਦੇ ਲੈਫਟ ਦੇ ਉੱਤੇ ਕੋਈ ਵੀ ਚਾਈਲਡ ਨਹੀਂ ਹੈ, ਸੋ ਇਸ ਕਰਕੇ ਇਹ ਪੋਸੀਬਲ ਨਹੀਂ ਹੈ। ਰਾਈਟ ਸਾਈਡ 'ਤੇ ਕੀ ਹੈ, ਐਫ ਉਹਦੇ ਲੈਫਟ 'ਤੇ ਆ ਗਿਆ, ਸੋ ਰਾਈਟ 'ਤੇ ਹੋ ਸਕਦਾ ਹੈ ਐਮਪਟੀ ਹੋਵੇ, ਬਟ ਲੈਫਟ 'ਤੇ ਐਮਪਟੀ ਨਹੀਂ ਹੋ ਸਕਦਾ। ਨੈਕਸਟ ਹੈ ਸਕਿਊਡ ਬਾਈਨਰੀ ਟਰੀ। ਸਕਿਊਡ ਬਾਈਨਰੀ ਟਰੀ ਇਜ਼ ਅ ਬਾਈਨਰੀ ਟਰੀ ਦੈਟ ਸੈਟਿਸਫਾਈ ਦੀ ਫੋਲੋਇੰਗ ਟੂ ਪ੍ਰੋਪਰਟੀਜ਼। ਇਹਦੇ ਵਿੱਚ ਕਿਹੜੀਆਂ ਦੋ ਪ੍ਰੋਪਰਟੀਜ਼ ਹੋਣਗੀਆਂ, all the nodes except one node has one and only one child। ਸੋ ਇਹਦੇ ਵਿੱਚ ਕੀ ਹੈ, ਜਿੰਨੀਆਂ ਵੀ ਨੋਡਸ ਨੇ ਉਹਦਾ ਹਮੇਸ਼ਾ ਸਿਰਫ ਇੱਕ ਔਰ ਇੱਕ ਹੀ ਚਾਈਲਡ ਹੋਏਗਾ ਐਕਸੈਪਟ ਦੀ ਲਾਸਟ ਨੋਡ, ਕਿਉਂਕਿ ਲਾਸਟ ਨੋਡ ਦਾ ਕੋਈ ਵੀ ਚਾਈਲਡ ਨਹੀਂ ਹੋਏਗਾ। ਦੀ ਰਿਮੇਨਿੰਗ ਨੋਡ ਹੈਜ਼ ਨੋਟ ਚਾਈਲਡ। ਸੋ ਜਿਹੜੀ ਲਾਸਟ ਨੋਡ ਹੈ ਉਹਦਾ ਕੋਈ ਵੀ ਚਾਈਲਡ ਨਹੀਂ ਹੋਏਗਾ ਅਤੇ ਬਾਕੀ ਸਾਰੀਆਂ ਨੋਡ ਦਾ ਸਿਰਫ ਇੱਕ ਹੀ ਚਾਈਲਡ ਹੈ। ਸੋ ਇਸ ਕਰਕੇ ਇਹਨੂੰ ਆਪਾਂ ਸਕਿਊਡ ਬਾਈਨਰੀ ਟਰੀ ਬੋਲਾਂਗੇ। ਸੋ ਆਈ ਹੋਪ ਕਿ ਤੁਹਾਨੂੰ ਟਰੀ ਐਂਡ ਬਾਈਨਰੀ ਟਰੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਉਹਦੀਆਂ ਕੀ ਪ੍ਰੋਪਰਟੀਜ਼ ਨੇ। ਥੈਂਕ ਯੂ।